ਗਰੀਬ ਨਵਾਜ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸੁਮੇਰ ਪਰਬਤ ਤੇ ਗਏ। ਉੱਥੇ ਗੋਰਖਨਾਥ ਦੇ ਚੇਲਿਆਂ ਨੇ ਗੁਰੂ ਸਾਹਿਬ ਨੂੰ ਬੜੇ ਪ੍ਰਸ਼ਨ ਪੁੱਛੇ। ਸਿੱਧਾਂ ਨੇ ਗੁਰੂ ਸਾਹਿਬ ਨੂੰ ਪ੍ਰਸ਼ਨ ਪੁੱਛਿਆ, ਕਿਮ ਸਚਿਆਰਾ ਹੋਈਏ, ਕਿਮ ਕੂੜੇ ਟੁੱਟੇ ਪਾਰ, ਕਿਵੇਂ ਸਚਿਆਰ ਬਣੀਏ ਤੇ ਕੂੜ ਦੀ ਕੰਧ ਕਿਵੇਂ ਟੁੱਟਦੀ ਹੈ। ਗੁਰੂ ਸਾਹਿਬ ਨੇ ਕਿਹਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਪਰਮੇਸ਼ਵਰ ਦੀ ਰਜਾ ਵਿੱਚ ਚੱਲਣ ਨਾਲ ਕੂੜ ਦੀ ਕੰਧ ਟੁੱਟ ਜਾਂਦੀ ਹੈ। ਗੁਰੂ ਸਾਹਿਬ ਦੀ ਚਰਚਾ ਸਿੱਧਾਂ ਤੇ ਗੋਰਖਨਾਥ ਨਾਲ ਅਚਲ ਬਟਾਲੇ ਹੋਈ, ਜੋ ਕਿ ਬਟਾਲੇ ਤੋਂ 8 ਕੋ ਦੂਰ ਹੈ। ਹਜ਼ਾਰਾਂ ਸਾਲਾਂ ਤੋਂ ਸ਼ਿਵਰਾਤਰੀ ਦਾ ਮੇਲਾ ਉੱਥੇ ਲੱਗਦਾ ਹੈ। ਗੁਰੂ ਸਾਹਿਬ ਜਦੋਂ ਉੱਥੇ ਆਏ ਤਾਂ ਉਹਨਾਂ ਦੀ ਵਾਰਤਾਲਾਪ ਗੋਰਖਨਾਥ ਨਾਲ ਹੋਈ। ਜਿਹੜੀ ਸਿੱਧ ਗੋਸ਼ਟ ਉੱਥੇ ਹੋਈ ਉਹ ਰਾਮਕਲੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 938 ਤੋਂ 946 ਅੰਗ ਸਾਹਿਬ ਤੇ ਸਮਾਪਤ ਹੁੰਦੀ ਹੈ। ਉਸ ਬਾਣੀ ਦਾ ਨਾਮ ਹੈ ਰਾਮਕਲੀ ਮਹਲਾ ਪਹਿਲਾ ਸਿੱਧ ਗੋਸ਼ਟ। ਜਿਹੜੀ ਅੱਜ ਦੀ ਗੋਸ਼ਟ ਸਿੱਧਾਂ ਨਾਲ ਚੱਲਣੀ ਹੈ ਉਹ ਕਿਸੇ ਹੋਰ ਥਾਂ ਤੇ ਹੈ। ਉਹ ਨਾਨਕ ਮੱਤੇ ਦੀ ਥਾਂ ਤੇ ਹੋਏਗੀ। ਇਹ ਥਾਂ ਪਹਿਲੇ ਗੋਰਖ ਮੱਤੇ ਦੇ ਨਾਂ ਤੋਂ ਮਸ਼ਹੂਰ ਸੀ। ਯੂਪੀ ਦੇ ਵਿੱਚ ਜ਼ਿਲ੍ਹਾ ਪੀਪੀਤ ਨੈਨੀਤਾਲ ਦਾ ਜਿਹੜਾ ਇਲਾਕਾ ਹੈ ਉੱਥੇ ਬੜੇ ਸਿੱਖ ਪਰਿਵਾਰ ਵਸਦੇ ਨੇ। ਇੱਥੇ ਸਿੱਖਾਂ ਦੇ ਸੈਂਕੜੇ ਪਿੰਡ ਨੇ। ਇੱਥੇ ਪਹਿਲੇ ਗੁਰੂ ਸਾਹਿਬ ਨੇ ਗੁਰਮਤਿ ਦਾ ਝੰਡਾ ਗੱਡਿਆ ਸੀ। ਬਾਅਦ ਵਿੱਚ ਬਾਬਾ ਅਲਮਸਤ ਜੀ ਨੇ ਸਿੱਖੀ ਦਾ ਬੜਾ ਪ੍ਰਚਾਰ ਕੀਤਾ। ਉੱਤੇ ਜਿਹੜਾ ਰੀਠਾ ਸਾਹਿਬ ਦਾ ਸਥਾਨ ਹੈ ਉਸ ਦੀ ਸੇਵਾ ਸੰਭਾਲ ਉਦਾਸੀਨ ਮਹਾਤਮਾ ਕਰਦੇ ਰਹੇ ਤੇ ਨਾਨਕ ਮੱਤੇ ਦੀ ਸੰਭਾਲ ਵੀ ਉਦਾਸੀਨ ਸਪਰਦਾ ਕਰਦੀ ਰਹੀ। ਉਹਨਾਂ ਦੇ ਸਦਕਾ ਇੱਥੇ ਸਿੱਖੀ ਬੜੀ ਪ੍ਰਫੁੱਲਤ ਹੋਈ। 1947 ਵਿੱਚ ਜਦੋਂ ਪੰਜਾਬ ਦੀ ਵੰਡ ਹੋਈ ਉਦੋਂ ਬਹੁਤ ਸਾਰੇ ਜ਼ਿਮੀਂਦਾਰ ਲੋਕ ਉੱਥੇ ਜਾ ਕੇ ਵਸੇ। ਯੂਪੀ ਦੇ ਵਿੱਚ ਸਿੱਖੀ ਦਾ ਗੜ੍ਹ ਨਾਨਕ ਮੱਤਾ ਸਾਹਿਬ ਨੂੰ ਮੰਨਿਆ ਜਾਂਦਾ ਹੈ। ਗੁਰੂ ਸਾਹਿਬ ਨੇ ਇਸ ਅਸਥਾਨ ਤੇ ਸਿੱਧਾਂ ਨੂੰ ਵਚਨ ਕੀਤੇ ਤਾਂ ਸਿੱਧਾਂ ਨੂੰ ਅੱਗੋਂ ਕੋਈ ਜਵਾਬ ਨਾ ਆਇਆ। ਸਿੱਧਾਂ ਨੇ ਦੇਖਿਆ ਕਿ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੱਲਾਂ ਨਾਲ ਸਾਨੂੰ ਜਿੱਤ ਨਹੀਂ ਦੇਣਾ, ਤਾਂ ਉਹਨਾਂ ਨੇ ਗੁਰੂ ਸਾਹਿਬ ਤੇ ਆਪਣੀਆਂ ਰਿੱਧੀਆਂ ਸਿੱਧੀਆਂ ਦਾ ਜ਼ੋਰ ਲਾਣਾ ਸ਼ੁਰੂ ਕਰ ਦਿੱਤਾ। ਉਹਨਾਂ ਦੀਆਂ ਰਿੱਧੀਆਂ ਸਿੱਧੀਆਂ ਗੁਰੂ ਸਾਹਿਬ ਦੇ ਅੱਗੇ ਕਿੱਥੇ ਚੱਲ ਸਕਦੀਆਂ ਸਨ। ਗੋਰਖਨਾਥ ਨੂੰ ਇਹ ਪਤਾ ਚੱਲ ਗਿਆ ਕਿ ਮੇਰੀ ਕੋਈ ਵੀ ਸ਼ਕਤੀ ਗੁਰੂ ਸਾਹਿਬ ਤੇ ਨਹੀਂ ਚੱਲ ਸਕਦੀ, ਕਿਉਂਕਿ ਗੁਰੂ ਸਾਹਿਬ ਤਾਂ ਖੁਦ ਖੁਦਾ ਹਨ, ਖੁਦ ਪਰਮੇਸ਼ਵਰ ਹਨ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਗੋਰਖਨਾਥ ਦਾ ਸਾਰਾ ਸਮਾਨ ਖੋਹ ਲਿਆ। ਸਿੱਧ ਬਹੁਤ ਜ਼ਿਆਦਾ ਹੰਕਾਰੀ ਸਨ। ਉਹਨਾਂ ਨੂੰ ਆਪਣੀਆਂ ਰਿੱਧੀਆਂ ਸਿੱਧੀਆਂ ਦਾ ਬੜਾ ਮਾਣ ਸੀ। ਉਹਨਾਂ ਨੂੰ ਇੰਜ ਲੱਗਦਾ ਸੀ ਸਾਡੇ ਤੋਂ ਵੱਧ ਸ਼ਕਤੀਮਾਨ ਕੋਈ ਨਹੀਂ। ਅਸੀਂ ਕਿਸੇ ਤੇ ਵੀ ਜ਼ੋਰ ਕਰ ਸਕਦੇ ਹਾਂ, ਕਿਸੇ ਤੇ ਵੀ ਰਿੱਧੀਆਂ ਸਿੱਧੀਆਂ ਚਲਾ ਕੇ ਉਸ ਨੂੰ ਡਰਾ ਸਕਦੇ ਹਾਂ ਤੇ ਆਪਣੀ ਈਨ ਬਣਾ ਸਕਦੇ ਹਾਂ। ਗੁਰੂ ਸਾਹਿਬ ਨੇ ਗੋਰਖਨਾਥ ਦੀਆਂ ਮੁੰਦਰਾਵਾਂ ਤੇ ਖੜਾਵਾਂ ਖੋਲੀਆਂ, ਉਹਦਾ ਸਭ ਕੁਝ ਖੋਹ ਲਿਆ। ਗੋਰਖਨਾਥ ਦੀਆਂ ਸ਼ਕਤੀਆਂ ਖਤਮ ਹੋ ਗਈਆਂ। ਜਿਨ੍ਹਾਂ ਸ਼ਕਤੀਆਂ ਤੇ ਉਹ ਹੰਕਾਰ ਕਰਦਾ ਸੀ ਉਹ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ। ਗੁਰੂ ਸਾਹਿਬ ਨੇ ਉਹਦੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਤੇ ਸ਼ਕਤੀਆਂ ਖੋਹ ਲਈਆਂ। ਗੋਰਖਨਾਥ ਸਭ ਕੁਝ ਦੇਖ ਕੇ ਦਿਲ ਮਿਲਾ ਗਿਆ। ਉਹ ਸੋਚਣ ਲੱਗਾ, ਮੇਰਾ ਹੁਣ ਕੀ ਹੋਏਗਾ। ਮੇਰੀ ਇੰਨੇ ਸਾਲਾਂ ਦੀ ਤਪੱਸਿਆ ਗੁਰੂ ਸਾਹਿਬ ਨੇ ਇੱਕ ਖਿਣ ਵਿੱਚ ਖੋਹ ਲਈ। ਗੋਰਖਨਾਥ ਚੁੱਪਚਾਪ ਉੱਥੇ ਚਿੰਤਾ ਵਿੱਚ ਬੈਠ ਗਿਆ। ਗੋਰਖਨਾਥ ਦਾ ਚੇਲਾ ਭੰਗਰਨਾਥ ਗੋਰਖਨਾਥ ਕੋਲ ਆਇਆ। ਉਸਨੇ ਦੇਖਿਆ ਮੇਰਾ ਗੁਰੂ ਗੋਰਖਨਾਥ ਆਪਣੀਆਂ ਸ਼ਕਤੀਆਂ ਗਵਾ ਕੇ ਚੁੱਪਚਾਪ ਬੈਠਾ ਹੈ। ਉਸਨੇ ਸੋਚਿਆ, ਜੇ ਮੈਂ ਆਪਣੇ ਗੁਰੂ ਦੇ ਕੰਮ ਨਹੀਂ ਆਇਆ ਤਾਂ ਮੇਰਾ ਚੇਲੇ ਹੋਣ ਦਾ ਕੀ ਫਾਇਦਾ। ਸੰਗਤ ਜੀ, ਇਹ ਭੰਗਰਨਾਥ ਉਹੀ ਹੈ ਜਿਸ ਨੂੰ ਗੁਰੂ ਸਾਹਿਬ ਨੇ ਅਚਲ ਬਟਾਲੇ ਆਪਣੀ ਖੜਾਮ ਨਾਲ ਕੁੱਟਿਆ ਸੀ। ਭੰਗਰਨਾਥ ਨੇ ਗੁਰੂ ਸਾਹਿਬ ਤੋਂ ਆਪਣੇ ਗੁਰੂ ਦੀਆਂ ਖੜਾਵਾਂ ਤੇ ਮੁੰਦਰਾਂ ਖੋਹਣ ਦੀ ਕੋਸ਼ਿਸ਼ ਕੀਤੀ। ਭੰਗਰਨਾਥ ਨੇ ਆਪਣੀਆਂ ਸ਼ਕਤੀਆਂ ਦਾ ਜ਼ੋਰ ਲਾਇਆ, ਪਰ ਉਹ ਥੱਕ ਹਾਰ ਗਿਆ। ਉਹ ਥੱਕ ਹਾਰ ਕੇ ਗੁਰੂ ਸਾਹਿਬ ਦੇ ਕੋਲ ਬੈਠ ਗਿਆ। ਭੰਗਰਨਾਥ ਨੇ ਆਪਣਾ ਤੁੰਬਾ ਗੁਰੂ ਸਾਹਿਬ ਦੇ ਅੱਗੇ ਰੱਖ ਦਿੱਤਾ ਤੇ ਕਹਿਣ ਲੱਗਾ, ਇਹ ਮੇਰਾ ਤੁੰਬਾ ਦੁੱਧ ਨਾਲ ਭਰ ਦਿਓ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭੰਗਰਨਾਥ ਦਾ ਤੁੰਬਾ ਖੂਹ ਦੇ ਵਿੱਚੋਂ ਦੁੱਧ ਕੱਢ ਕੇ ਭਰ ਦਿੱਤਾ। ਭੰਗਰਨਾਥ ਦੁੱਧ ਲੈ ਕੇ ਸਿੱਧਾਂ ਦੇ ਵਿੱਚ ਆ ਗਿਆ। ਸਾਰੇ ਸਿੱਧ ਉਸ ਤੁੰਬੇ ਵਿੱਚੋਂ ਦੁੱਧ ਪੀਣ ਲੱਗੇ, ਪਰ ਉਹ ਦੁੱਧ ਖਤਮ ਨਾ ਹੋਇਆ। ਸਾਰੇ ਸਿੱਧ ਤ੍ਰਿਪਤ ਹੋ ਗਏ। ਇਹ ਕੋਤਕ ਦੇਖ ਕੇ ਸਿੱਧ ਹੈਰਾਨ ਹੋ ਗਏ। ਉਹਨਾਂ ਸਿੱਧਾਂ ਵਿੱਚੋਂ ਇੱਕ ਸ਼ੰਭੂਨਾਥ ਸਿੱਧ ਸੀ। ਉਹ ਭਵਕ ਮਾਰ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਆ ਗਿਆ। ਉਹ ਕਹਿਣ ਲੱਗਾ, ਅੱਜ ਪੂਰਬ ਦਾ ਦਿਨ ਹੈ ਤੇ ਅੱਜ ਅਸੀਂ ਗੰਗਾ ਵਿੱਚ ਇਸ਼ਨਾਨ ਕਰਨਾ ਹੈ। ਤੁਸੀਂ ਇੱਥੇ ਗੰਗਾ ਮੰਗਵਾ ਦਿਓ।
ਅਸੀਂ ਗੰਗਾ ਦੇ ਕੋਲ ਨਹੀਂ ਜਾਣਾ। ਜੇ ਗੰਗਾ ਇੱਥੇ ਆਏਗੀ ਤਾਂ ਅਸੀਂ ਇੱਥੇ ਹੀ ਇਸ਼ਨਾਨ ਕਰਾਂਗੇ। ਸ਼ੰਭੂਨਾਥ ਗੁਰੂ ਸਾਹਿਬ ਨੂੰ ਕਹਿਣ ਲੱਗਾ, ਤੁਹਾਡੇ ਵਿੱਚ ਬੜੀ ਸ਼ਕਤੀ ਹੈ। ਜੇ ਇੰਨੀ ਸ਼ਕਤੀ ਹੈ ਤਾਂ ਗੰਗਾ ਇੱਥੇ ਮੰਗਵਾ ਦਿਓ। ਅਸੀਂ ਸਾਰੇ ਸਿੱਧ ਰਲ ਕੇ ਇੱਥੇ ਹੀ ਇਸ਼ਨਾਨ ਕਰਾਂਗੇ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਭਾਈ ਮਰਦਾਨਿਆ, ਕਹੀ ਲੈ ਤੇ ਕਹੀ ਨੂੰ ਗੰਗਾ ਵਿੱਚ ਪਾ ਕੇ ਘੜੀਸਦਿਆਂ ਗੰਗਾ ਨੂੰ ਇੱਥੇ ਤੱਕ ਲੈ ਆ। ਪਰ ਇੱਕ ਗੱਲ ਚੇਤੇ ਰੱਖੀ, ਪਿੱਛੇ ਮੁੜ ਕੇ ਨਹੀਂ ਦੇਖਣਾ। ਤੂੰ ਬਸ ਕਹੀ ਨੂੰ ਘੜੀਸਦਿਆਂ ਸਾਡੇ ਕੋਲ ਆ ਜਾਣਾ ਹੈ। ਭਾਈ ਮਰਦਾਨਾ ਜੀ ਗੁਰੂ ਸਾਹਿਬ ਦੀ ਆਗਿਆ ਪਾ ਕੇ ਗੰਗਾ ਨਦੀ ਦੇ ਕੋਲ ਚਲੇ ਗਏ। ਇਹ ਜਿੰਨੀਆਂ ਵੀ ਪਵਿੱਤਰ ਨਦੀਆਂ ਨੇ, ਸਾਧੂ ਦੀ ਚਰਨ ਧੂੜੀ ਨੋਚਦੀਆਂ ਨੇ। ਭਾਈ ਮਰਦਾਨਾ ਜੀ ਉਸੇ ਤਰੀਕੇ ਨਾਲ ਜਿਵੇਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਾ ਕੇ ਕਹੀ ਨਾਲ ਗੰਗਾ ਨੂੰ ਆਪਣੇ ਪਿੱਛੇ ਖਿੱਚਦਾ ਲੈ ਕੇ ਆਈ, ਪਰ ਪਿੱਛੇ ਮੁੜ ਕੇ ਨਾ ਦੇਖੀ। ਉਸੇ ਤਰ੍ਹਾਂ ਭਾਈ ਮਰਦਾਨਾ ਜੀ ਨੇ ਗੰਗਾ ਵਿੱਚ ਕਹੀ ਪਾਈ ਤੇ ਕਹੀ ਨਾਲ ਪਾਣੀ ਨੂੰ ਆਪਣੇ ਪਿੱਛੇ ਖਿੱਚਦੇ ਅੱਗੇ ਨੂੰ ਚੱਲ ਪਏ। ਜਦੋਂ ਉਹ ਗੁਰੂ ਸਾਹਿਬ ਤੋਂ ਥੋੜੀ ਦੂਰੀ ਤੇ ਰਹਿ ਗਏ, ਉਦੋਂ ਭਾਈ ਮਰਦਾਨਾ ਜੀ ਦੇ ਮਨ ਵਿੱਚ ਸੰਸਾ ਆਇਆ ਕਿ ਮੈਂ ਦੇਖਾਂ ਕਿਤੇ ਗੰਗਾ ਮੇਰੇ ਪਿੱਛੇ ਆ ਵੀ ਰਹੀ ਹੈ ਕਿ ਨਹੀਂ। ਤਾਂ ਉਹਨਾਂ ਨੇ ਮੁੜ ਕੇ ਪਿੱਛੇ ਦੇਖਿਆ, ਗੰਗਾ ਪਿੱਛੇ ਆ ਰਹੀ ਸੀ। ਜਦੋਂ ਭਾਈ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਗੰਗਾ ਉੱਥੇ ਰੁਕ ਗਈ। ਸੰਗਤ ਜੀ, ਅੱਜ ਵੀ ਗੰਗਾ ਉੱਥੇ ਹੀ ਰੁਕੀ ਹੋਈ ਹੈ, ਉਸ ਤੋਂ ਅੱਗੇ ਨਹੀਂ ਵਧੀ, ਕਿਉਂਕਿ ਇਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਬਚਨ ਸੀ। ਭਾਈ ਮਰਦਾਨਾ ਜੀ ਨੇ ਬੜੀ ਕੋਸ਼ਿਸ਼ ਕੀਤੀ ਕਿ ਗੰਗਾ ਨੂੰ ਮੈਂ ਆਪਣੇ ਪਿੱਛੇ ਖਿੱਚ ਕੇ ਲਿਆਵਾਂ, ਪਰ ਗੰਗਾ ਉੱਥੋਂ ਨਾ ਹਿਲੀ। ਤਾਂ ਭਾਈ ਮਰਦਾਨਾ ਜੀ ਨੂੰ ਯਾਦ ਆਇਆ ਕਿ ਗੁਰੂ ਸਾਹਿਬ ਨੇ ਮੈਨੂੰ ਮਨਾ ਕੀਤਾ ਸੀ ਕਿ ਪਿੱਛੇ ਮੁੜ ਕੇ ਨਹੀਂ ਦੇਖਣਾ, ਪਰ ਫਿਰ ਵੀ ਮੈਂ ਪਿੱਛੇ ਮੁੜ ਕੇ ਦੇਖਿਆ, ਇਸ ਲਈ ਗੰਗਾ ਹੁਣ ਇੱਥੇ ਰੁਕ ਗਈ। ਜਦੋਂ ਬੰਦੇ ਦੇ ਮਨ ਵਿੱਚ ਸੰਸਾ ਆ ਜਾਂਦਾ ਹੈ, ਉਦੋਂ ਫਿਰ ਰੱਬ ਨਹੀਂ ਦਿਸਦਾ, ਕਿਉਂਕਿ ਸੰਸਾ ਰੱਬ ਦੇ ਸਾਡੇ ਵਿੱਚ ਬਹੁਤ ਵੱਡੀ ਰੁਕਾਵਟ ਹੈ। ਭਾਈ ਮਰਦਾਨਾ ਜੀ ਨੇ ਗੁਰੂ ਸਾਹਿਬ ਨੂੰ ਆ ਕੇ ਦੱਸਿਆ, ਮੈਂ ਪਿੱਛੇ ਮੁੜ ਕੇ ਦੇਖਿਆ ਤੇ ਗੰਗਾ ਉੱਥੇ ਰੁਕ ਗਈ। ਤਾਂ ਗੁਰੂ ਸਾਹਿਬ ਕਹਿਣ ਲੱਗੇ, ਮਰਦਾਨਿਆ, ਤੈਨੂੰ ਕਿਹਾ ਸੀ ਵੀ ਪਿੱਛੇ ਮੁੜ ਕੇ ਨਹੀਂ ਦੇਖਣਾ। ਜੇ ਤੂੰ ਪਿੱਛੇ ਮੁੜ ਕੇ ਨਾ ਦੇਖਦਾ ਤਾਂ ਗੰਗਾ ਇੱਥੇ ਆ ਜਾਣੀ ਸੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਿੱਧਾਂ ਨੂੰ ਕਹਿਣ ਲੱਗੇ, ਸਾਡਾ ਸੇਵਕ ਮਰਦਾਨਾ ਕਈ ਕੋਹ ਤੋਂ ਗੰਗਾ ਨੂੰ ਖਿੱਚ ਕੇ ਇੱਥੇ ਲਿਆਇਆ ਹੈ। ਹੁਣ ਥੋੜੀ ਖੇਚਲ ਤੁਸੀਂ ਕਰੋ। ਜੇ ਇੰਨੇ ਮੀਲ ਭਾਈ ਮਰਦਾਨਾ ਲਿਆਇਆ ਹੈ ਤਾਂ 1 ਮੀਲ ਤੁਸੀਂ ਵੀ ਲੈ ਆਓ। ਸਿੱਧਾਂ ਨੇ ਆਪਣਾ ਸਾਰਾ ਜ਼ੋਰ ਲਾ ਦਿੱਤਾ, ਪਰ ਉਹ ਜ਼ੋਰ ਲਾ ਕੇ ਥੱਕ ਗਏ। ਗੰਗਾ ਨੂੰ ਆਪਣੇ ਤੱਕ ਨਾ ਲੈ ਕੇ ਆ ਸਕੇ। ਉਹਨਾਂ ਨੇ ਆਪਣੀਆਂ ਸਾਰੀਆਂ ਰਿੱਧੀਆਂ ਸਿੱਧੀਆਂ ਵਰਤ ਲਈਆਂ, ਪਰ ਗੰਗਾ ਉਸ ਥਾਂ ਤੋਂ ਨਾ ਹਿੱਲੀ। ਉਹ ਸਾਰੇ ਸਿੱਧ ਸ਼ਰਮਿੰਦਾ ਹੋ ਗਏ। ਸਾਰੇ ਸਿੱਧ ਗੁਰੂ ਸਾਹਿਬ ਤੋਂ ਉਮਰ ਵਿੱਚ ਬੜੇ ਵੱਡੇ ਸਨ, ਪਰ ਗੁਰੂ ਸਾਹਿਬ ਦੇ ਹਿਰਦੇ ਵਿੱਚ ਦਇਆ ਆ ਗਈ। ਗੁਰੂ ਸਾਹਿਬ ਨੇ ਸੋਚਿਆ, ਇਹਨਾਂ ਨੂੰ ਹੋਰ ਤੰਗ ਨਹੀਂ ਕਰਨਾ ਚਾਹੀਦਾ, ਕਿਉਂਕਿ ਗੁਰੂ ਸਾਹਿਬ ਤਾਂ ਸਭ ਦਾ ਭਲਾ ਕਰਨ ਵਾਲੇ ਨੇ। ਗੁਰੂ ਸਾਹਿਬ ਤਾਂ ਉਹਨਾਂ ਦਾ ਹੰਕਾਰ ਤੋੜਨਾ ਚਾਹੁੰਦੇ ਨੇ, ਉਹਨਾਂ ਨੂੰ ਸਮਤ ਦੇਣਾ ਚਾਹੁੰਦੇ ਨੇ। ਬੜੇ ਸਾਰੇ ਸਿੱਧ ਗੁਰੂ ਸਾਹਿਬ ਦੀ ਅਜ਼ਮਤ ਨੂੰ ਜਾਣ ਕੇ ਗੁਰੂ ਸਾਹਿਬ ਦੇ ਅੱਗੇ ਝੁਕ ਗਏ, ਪਰ ਕਈ ਸਿੱਧ ਅਜੇ ਵੀ ਆਪਣੇ ਮਾਣ ਵਿੱਚ, ਆਪਣੇ ਹੰਕਾਰ ਵਿੱਚ ਅੜੇ ਰਹੇ। ਮਛੰਦਰਨਾਥ ਸਿੱਧ ਕਹਿਣ ਲੱਗਾ, ਗੁਰੂ ਸਾਹਿਬ, ਸਾਨੂੰ ਮਿੱਠੇ ਫਲ ਖਾਣ ਦੀ ਇੱਛਾ ਹੈ, ਸਾਨੂੰ ਮਿੱਠੇ ਫਲ ਖਵਾਓ। ਅਸੀਂ ਇੱਥੋਂ ਉੱਠ ਕੇ ਨਹੀਂ ਜਾਣਾ, ਸਾਡੀ ਬਿਰਧ ਅਵਸਥਾ ਹੈ, ਅਸੀਂ ਇੱਥੋਂ ਉੱਠ ਕੇ ਜਾ ਵੀ ਨਹੀਂ ਸਕਦੇ। ਮਹਾਰਾਜ, ਸਾਨੂੰ ਇੱਥੇ ਬੈਠਿਆਂ ਹੀ ਮਿੱਠੇ ਫਲ ਛਕਾਓ। ਜਿਹੜੀ ਰੀਠਿਆਂ ਦੇ ਦਰਖਤ ਦੀ ਟਹਿਣੀ ਗੁਰੂ ਸਾਹਿਬ ਵੱਲ ਝੁਕੀ ਹੋਈ ਸੀ, ਗੁਰੂ ਸਾਹਿਬ ਨੇ ਉਸ ਟਹਿਣੀ ਦੇ ਫਲਾਂ ਨੂੰ ਮਿੱਠਾ ਕਰ ਦਿੱਤਾ, ਤੇ ਜਿਹੜੇ ਰੀਠੇ ਸਿੱਧਾਂ ਵੱਲ ਸਨ ਉਹ ਅੱਜ ਵੀ ਕੋੜੇ ਨੇ। ਜਿਹੜੇ ਰੀਠਿਆਂ ਦੀ ਟਹਿਣੀ ਗੁਰੂ ਸਾਹਿਬ ਵੱਲ ਸੀ, ਗੁਰੂ ਸਾਹਿਬ ਨੇ ਆਪਣੀ ਨਿਗਾਹ ਨਾਲ ਉਹਨਾਂ ਨੂੰ ਮਿੱਠਾ ਕਰ ਦਿੱਤਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਭਾਈ ਮਰਦਾਨਾ ਜੀ ਨੂੰ ਕਹਿੰਦੇ, ਇਹ ਰੀਠਿਆਂ ਨੂੰ ਤੋੜ ਕੇ ਮਛੰਦਰਨਾਥ ਨੂੰ ਦਿਓ। ਜਦੋਂ ਮਛੰਦਰਨਾਥ ਨੇ ਉਹ ਰੀਠੇ ਖਾਧੇ ਤਾਂ ਉਹਨੂੰ ਉਹਦੇ ਵਿੱਚੋਂ ਅੰਮ੍ਰਿਤ ਵਰਗਾ ਸਵਾਦ ਆਇਆ। ਗੁਰੂ ਸਾਹਿਬ ਕਹਿਣ ਲੱਗੇ, ਇਹ ਰੀਠੇ ਪਹਿਲਾਂ ਕੋੜੇ ਸਨ, ਪਰ ਹੁਣ ਮਿੱਠੇ ਨੇ। ਸੰਗਤ ਜੀ, ਜਿਹੜਾ ਵੀ ਉਸ ਸਥਾਨ ਤੇ ਹੋ ਕੇ ਆਇਆ, ਉਸ ਨੂੰ ਇਸ ਗੱਲ ਦਾ ਪਤਾ ਹੈ ਕਿ ਉਹ ਰੀਠੇ ਅੱਜ ਵੀ ਮਿੱਠੇ ਨੇ। ਜਿਸ ਨੇ ਵੀ ਉਹ ਰੀਠਿਆਂ ਦਾ ਪ੍ਰਸ਼ਾਦ ਖਾਧਾ ਹੈ, ਉਹ ਦੱਸਦਾ ਹੈ ਕਿ ਉਹ ਰੀਠੇ ਮਿੱਠੇ ਨੇ। ਰੀਠੇ ਕਦੇ ਵੀ ਮਿੱਠੇ ਨਹੀਂ ਹੁੰਦੇ। ਰੀਠਿਆਂ ਨੂੰ ਕਦੇ ਕਿਸੇ ਨੇ ਖਾਧਾ ਨਹੀਂ,
ਇਹ ਤਾਂ ਬਹੁਤ ਕੋੜੇ ਹੁੰਦੇ ਨੇ, ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਨਿਗਾਹ ਨਾਲ ਇਹ ਰੀਠੇ ਮਿੱਠੇ ਹੋ ਗਏ। ਸਿੱਧਾ ਨੇ ਸੋਚਿਆ, ਇਹ ਕਿਹੜੀ ਵੱਡੀ ਕਰਾਮਾਤ ਹੈ, ਇਹ ਰੀਠੇ ਸਾਡੇ ਪਾਸੇ ਮਿੱਠੇ ਹੋਣਗੇ। ਜਦੋਂ ਉਹਨਾਂ ਨੇ ਆਪਣੇ ਪਾਸੇ ਦੇ ਰੀਠੇ ਖਾਧੇ ਤਾਂ ਉਹ ਕੋੜੇ ਸਨ। ਉਹਨਾਂ ਨੂੰ ਪਤਾ ਚੱਲ ਗਿਆ ਕਿ ਇਹ ਗੁਰੂ ਸਾਹਿਬ ਦੀ ਕਰਾਮਾਤ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਿੱਧਾ ਨੂੰ ਕਹਿਣ ਲੱਗੇ, ਜਿਹੜੇ ਰੀਠੇ ਸਾਡੇ ਵਾਲੇ ਪਾਸੇ ਸਨ, ਪਰਮੇਸ਼ਵਰ ਨੇ ਉਹਨਾਂ ਨੂੰ ਮਿੱਠਾ ਕਰ ਦਿੱਤਾ। ਜੇ ਤੁਸੀਂ ਆਪਣੀ ਸ਼ਕਤੀ ਲਗਾ ਕੇ ਆਪਣੇ ਵਾਲੇ ਪਾਸੇ ਦੇ ਰੀਠੇ ਮਿੱਠੇ ਕਰਨੇ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਹੋ। ਸਿੱਧਾ ਨੇ ਆਪਣੀ ਤਾਕਤ ਲਗਾਈ, ਆਪਣੀਆਂ ਸ਼ਕਤੀ ਲਗਾਈਆਂ, ਪਰ ਉਹ ਰੀਠੇ ਮਿੱਠੇ ਨਾ ਹੋ ਸਕੇ। ਉਹ ਗੁਰੂ ਸਾਹਿਬ ਦੀ ਇਸ ਕਰਾਮਾਤ ਨੂੰ ਦੇਖ ਕੇ ਬੜਾ ਹੈਰਾਨ ਹੋਏ। ਜਿਹੜਾ ਆਪ ਸ਼ਕਤੀਵਾਨ ਹੋਵੇ ਉਹ ਦੂਜਿਆਂ ਦੀ ਸ਼ਕਤੀਆਂ ਨੂੰ ਦੇਖ ਕੇ ਖੁਸ਼ ਨਹੀਂ ਹੁੰਦਾ, ਉਹ ਸੜਦਾ ਹੈ। ਇੱਦਾਂ ਹੀ ਸਿੱਧ ਗੁਰੂ ਸਾਹਿਬ ਨਾਲ ਈਰਖਾ ਕਰਨ ਲੱਗੇ। ਸਿੱਧਾਂ ਕੋਲ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਤਪ ਤੇਜ ਝੱਲਿਆ ਨਹੀਂ ਜਾ ਰਿਹਾ। ਸਿੱਧਾਂ ਨੇ ਗੁਰੂ ਸਾਹਿਬ ਨਾਲ ਛਲ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਰਾਤ ਹੋਈ ਤਾਂ ਉਹ ਨਾਨਕ ਬੱਤੇ ਸਾਹਿਬ ਆ ਗਏ। ਉੱਥੇ ਇਹਨਾਂ ਨੇ ਧਰਤੀ ਵਿੱਚ ਇੱਕ ਖੱਡਾ ਖੋਦ ਕੇ ਉਸ ਉੱਪਰ ਕੱਖਾਂ ਦੀ ਛੱਤ ਪਾ ਦਿੱਤੀ। ਉਸ ਵਿੱਚ ਇੱਕ ਬਾਲਕ ਨੂੰ ਲੰਮਾ ਪਾ ਦਿੱਤਾ। ਜਦੋਂ ਸਵੇਰ ਹੋਈ ਸਾਰੇ ਸਿੱਧ ਗੁਰੂ ਸਾਹਿਬ ਕੋਲ ਆ ਗਏ। ਉਹ ਕਹਿਣ ਲੱਗੇ, ਜੇ ਤੁਸੀਂ ਆਪਣੀ ਪੂਜਾ ਕਰਾਉਣਾ ਚਾਹੁੰਦੇ ਹੋ ਤਾਂ ਇਸ ਧਰਤੀ ਨੂੰ ਪੁੱਛੋ, ਇਹ ਧਰਤੀ ਕਿਹਦੀ ਹੈ। ਉਹ ਸਿੱਧ ਸੋਚਦੇ ਸੀ ਕਿ ਅਸੀਂ ਇੱਥੇ 500 ਸਾਲਾਂ ਤੋਂ ਰਹਿ ਰਹੇ ਹਾਂ, ਇੱਥੇ ਸਾਡਾ ਦਬਦਬਾ ਹੈ ਤੇ ਪ੍ਰਚਾਰ ਦੇ ਸਦਕੇ ਇੱਥੇ ਸਾਰੇ ਲੋਕ ਸਾਨੂੰ ਮੰਨਦੇ ਨੇ। ਸਿੱਧ ਚਾਹੁੰਦੇ ਸੀ ਕਿ ਅਸੀਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਤਰੀਕੇ ਇੱਥੋਂ ਪਹੁੰਚਾ ਦਈਏ। ਗੁਰੂ ਸਾਹਿਬ ਦਾ ਇਰਾਦਾ ਉਹਨਾਂ ਦਾ ਘਰ ਖੋਹਣ ਦਾ ਨਹੀਂ ਸੀ। ਈਰਖਾ ਦੇ ਵਸ ਉਹਨਾਂ ਨੇ ਸੋਚਿਆ ਕਿ ਗੁਰੂ ਸਾਹਿਬ ਸਾਡਾ ਘਰ ਖੋਹਣ ਆਏ ਨੇ। ਸਿੱਧ ਗੁਰੂ ਸਾਹਿਬ ਨੂੰ ਕਹਿਣ ਲੱਗੇ, ਤੁਸੀਂ ਇਸ ਧਰਤੀ ਨੂੰ ਪੁੱਛ ਲਓ ਕਿ ਇਹ ਧਰਤੀ ਕਿਹਦੀ ਹੈ। ਜੇ ਇਹ ਧਰਤੀ ਨੇ ਕਹਿ ਦਿੱਤਾ ਕਿ ਇਹ ਧਰਤੀ ਗੋਰਖਨਾਥ ਦੀ ਹੈ ਤਾਂ ਤੁਸੀਂ ਇੱਥੋਂ ਚਲੇ ਜਾਣਾ, ਤੇ ਜੇ ਇਹ ਧਰਤੀ ਨੇ ਕਹਿ ਦਿੱਤਾ ਕਿ ਇਹ ਧਰਤੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਹੈ ਤਾਂ ਅਸੀਂ ਇੱਥੋਂ ਚਲੇ ਜਾਵਾਂਗੇ। ਜੇ ਤੁਹਾਡੇ ਵਿੱਚ ਇੰਨੀ ਤਾਕਤ ਨਹੀਂ ਹੈ ਕਿ ਤੁਸੀਂ ਧਰਤੀ ਨਾਲ ਗੱਲਾਂ ਕਰ ਸਕੋ ਤਾਂ ਤੁਸੀਂ ਸਾਨੂੰ ਕਹੋ, ਅਸੀਂ ਧਰਤੀ ਨਾਲ ਗੱਲਾਂ ਬਾਤਾਂ ਕਰ ਸਕਦੇ ਹਾਂ। ਅੰਤਰਜਾਮੀ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਭ ਕੁਝ ਜਾਣਦੇ ਸਨ। ਉਹ ਕਹਿਣ ਲੱਗੇ, ਸਿੱਧੋ, ਸਾਡੇ ਵਿੱਚ ਕੋਈ ਕਰਾਮਾਤ ਨਹੀਂ। ਕਰਾਮਾਤਾਂ ਤੇ ਸ਼ਕਤੀਆਂ ਤੁਹਾਡੇ ਕੋਲ ਹੈ। ਜੇ ਤੁਸੀਂ ਦਿਖਾਣਾ ਚਾਹੁੰਦੇ ਹੋ ਤਾਂ ਦਿਖਾ ਸਕਦੇ ਹੋ, ਪਰ ਅਸੀਂ ਨਹੀਂ ਦਿਖਾ ਸਕਦੇ। ਸਾਡੇ ਕੋਲ ਕਰਾਮਾਤ ਨਹੀਂ ਹੈ। ਕਰਾਮਾਤ ਤਾਂ ਕੇਵਲ ਪਰਮੇਸ਼ਵਰ ਪਰਮਾਤਮਾ ਵਿੱਚ ਹੈ। ਸਿੱਧਾਂ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਸੀ। ਇੱਕ ਖੱਡਾ ਖੋਦ ਕੇ ਵਿੱਚ ਇੱਕ ਬਾਲਕ ਨੂੰ ਲਟਾਇਆ ਹੋਇਆ ਸੀ। ਉਸ ਦੇ ਉੱਪਰ ਕੱਖਾਂ ਦੀ ਵਿਛਾਈ ਕੀਤੀ ਹੋਈ ਸੀ। ਤਾਂ ਉਦੋਂ ਸਿੱਧਾਂ ਨੇ ਆਵਾਜ਼ ਮਾਰੀ, ਹੇ ਧਰਤੀ ਮਾਤਾ, ਦੱਸ ਇਹ ਧਰਤੀ ਕਿਹਦੀ ਹੈ। ਜੇ ਸਿੱਧਾਂ ਦੀ ਹੈ ਤਾਂ 3 ਵਾਰੀ ਹਾਂ ਕਰ ਦੇਈਂ। ਜਿਹੜੇ ਬਾਲਕ ਨੂੰ ਉਹਨਾਂ ਨੇ ਲੰਮੇ ਪਾਇਆ ਹੋਇਆ ਸੀ ਉਸ ਨੂੰ ਉਹਨਾਂ ਨੇ ਸਭ ਕੁਝ ਸਮਝਾਇਆ ਹੋਇਆ ਸੀ। ਉਹ ਬਾਲਕ ਜਿਹੜਾ ਲੇਟਿਆ ਹੋਇਆ ਸੀ ਉਹ ਕਹਿਣ ਲੱਗਿਆ, ਮੈਂ ਸਿੱਧਾਂ ਦੀ ਹਾਂ, ਮੈਂ ਸਿੱਧਾਂ ਦੀ ਹਾਂ, ਮੈਂ ਸਿੱਧਾਂ ਦੀ ਹਾਂ। ਦੂਜੀ ਵਾਰੀ ਸਿੱਧਾਂ ਨੇ ਫੇਰ ਪੁੱਛਿਆ, ਹੇ ਧਰਤੀ ਮਾਤਾ, ਤੂੰ ਕਿਹਦੀ ਹੈ। ਤਾਂ ਬਾਲਕ ਕਹਿਣ ਲੱਗਾ, ਮੈਂ ਸਿੱਧਾਂ ਦੀ ਹਾਂ। ਸਿੱਧਾਂ ਨੇ ਫੇਰ ਕਿਹਾ, ਹੇ ਧਰਤੀ ਮਾਤਾ, ਤੂੰ ਕਿਹਦੀ ਹੈ। ਗੁਰੂ ਸਾਹਿਬ ਕਹਿਣ ਲੱਗੇ, ਹਾਲੇ ਤੱਕ ਬੋਲੀ ਜਾਏਗਾ, ਤੂੰ ਬੋਲਣ ਜੋਗਾ ਰਹੇਗਾ ਵੀ। ਤਾਂ ਉਹ ਬਾਲਕ ਤੀਜੀ ਵਾਰੀ ਨਹੀਂ ਬੋਲ ਸਕਿਆ। ਉਹ ਬਾਲਕ ਖੱਡੇ ਵਿੱਚ ਪਿਆ ਮਰ ਗਿਆ। ਕੁਝ ਸਮੇਂ ਬਾਅਦ ਸਿੱਧਾਂ ਨੇ ਉਹਦਾ ਸਰੀਰ ਖੱਡੇ ਵਿੱਚੋਂ ਕੱਢਿਆ। ਸਾਰੇ ਸਿੱਧ ਸ਼ਰਮਿੰਦਾ ਹੋ ਗਏ। ਉਹਨਾਂ ਨੇ ਦੇਖਿਆ ਉਹ ਬਾਲਕ ਮਰ ਚੁੱਕਾ ਸੀ। ਉਹਨਾਂ ਸਿੱਧਾਂ ਵਿੱਚੋਂ ਸਾਰੇ ਸਿੱਧ ਮਾੜੇ ਨਹੀਂ ਸਨ, ਕੁਝ ਚੰਗੇ ਵੀ ਸੀ। ਜਿਵੇਂ ਭਰਥਰੀ, ਮੰਗਲਨਾਥ, ਪ੍ਰਾਣਨਾਥ, ਇਹ ਸਿੱਧ ਬਹੁਤ ਚੰਗੇ ਸਨ। ਇਹ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਅਜ਼ਮਤ ਨੂੰ ਜਾਣਦੇ ਸਨ। ਇਹ ਕਦੀ ਗੁਰੂ ਸਾਹਿਬ ਦੇ ਖਿਲਾਫ ਨਹੀਂ ਬੋਲੇ। ਉਹ ਤਾਂ ਸਗੋਂ ਆਪਣੇ ਸਾਥੀਆਂ ਨੂੰ ਸਮਝਾਉਂਦੇ, ਗੁਰੂ ਸਾਹਿਬ ਨਾਲ ਟੱਕਰ ਨਾ ਲਓ, ਇਹਨਾਂ ਤੋਂ ਖਿਲਾਫ ਹਮੇਸ਼ਾ ਤੁਸੀਂ ਮੂੰਹ ਦਿਖਾਦੀ ਹੈ। ਇਹ ਖੁਦ ਖੁਦਾ ਪਰਮੇਸ਼ਵਰ ਹਨ। ਮੰਗਲਨਾਥ, ਪ੍ਰਾਣਨਾਥ ਆ ਕੇ ਗੁਰੂ ਸਾਹਿਬ ਕੋਲ ਬੇਨਤੀ ਕਰਨ ਲੱਗੇ, ਤੁਸੀਂ ਸਾਡੇ ਲਈ ਨਿਰੰਜਨ ਹੋ। ਮਹਾਰਾਜ, ਸਾਡੇ ਗੁਰੂ ਗੋਰਖਨਾਥ ਦੀਆਂ ਖੜਾਵਾਂ ਤੇ ਮੁਦਰਾਂ ਤੁਹਾਡੇ ਕੋਲ ਨੇ। ਉਹ ਸਾਡੇ ਗੁਰੂ ਨੂੰ ਵਾਪਿਸ ਦੇ ਦਿਓ, ਕਿਉਂਕਿ ਉਹਨਾਂ ਮੁਦਰਾਂ ਵਿੱਚ ਅਥਾਹ ਸ਼ਕਤੀ ਹੈ।
ਤੇ ਉਸ ਸ਼ਕਤੀ ਤੋਂ ਬਿਨਾ ਗੋਰਖਨਾਥ ਖਾਲੀ ਹੈ। ਤੇ ਮਹਾਰਾਜ, ਜਿਹੜੇ ਸਾਡੇ ਸਿੱਧਾ ਕਰਕੇ ਉਸ ਲੜਕੇ ਦੀ ਮੌਤ ਹੋਈ ਹੈ, ਕਿਰਪਾ ਕਰਕੇ ਉਸ ਲੜਕੇ ਨੂੰ ਵੀ ਜਿਵਾ ਦਿਓ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਪ੍ਰਾਣਨਾਥ ਤੇ ਮੰਗਲਨਾਥ ਨਾਲ ਬੜਾ ਪ੍ਰੇਮ ਸੀ। ਜਿਹੜੇ ਗੁਰੂ ਸਾਹਿਬ ਨੂੰ ਪ੍ਰੇਮ ਕਰਦੇ ਨੇ, ਗੁਰੂ ਸਾਹਿਬ ਉਹਨਾਂ ਨਾਲ ਉਹਨਾਂ ਤੋਂ ਵੱਧ ਪ੍ਰੇਮ ਕਰਦੇ ਨੇ। ਗੁਰੂ ਸਾਹਿਬ ਕਹਿਣ ਲੱਗੇ, ਅਸੀਂ ਤੁਹਾਡੇ ਗੁਰੂ ਦੀਆਂ ਮੁੰਦਰਾਂ ਤੇ ਖੜਾਵਾਂ ਰੱਖ ਕੇ ਕੀ ਕਰਨੀਆਂ ਨੇ? ਤੁਹਾਡੇ ਗੁਰੂ ਦੀਆਂ ਸ਼ਕਤੀਆਂ ਰੱਖ ਕੇ ਕੀ ਕਰਨੀਆਂ ਨੇ? ਗੁਰੂ ਸਾਹਿਬ ਨੇ ਮੰਗਲਨਾਥ ਤੇ ਪ੍ਰੇਮਨਾਥ ਨੂੰ ਉਹਨਾਂ ਦੇ ਗੁਰੂ ਦੀਆਂ ਖੜਾਵਾਂ ਤੇ ਮੁੰਦਰਾਂ ਵਾਪਿਸ ਕਰ ਦਿੱਤੀਆਂ। ਗੁਰੂ ਸਾਹਿਬ ਨੇ ਆਪਣੀ ਖੜਾ ਉਹਨਾਂ ਨੂੰ ਦਿੱਤੀ ਤੇ ਕਿਹਾ, ਇਹ ਖੜਾ ਉਸ ਲੜਕੇ ਦੇ ਸਿਰ ਤੇ ਛੁਆ ਦਿਓ, ਉਹ ਜੀਵਤ ਹੋ ਜਾਏਗਾ। ਜਦੋਂ ਸਿੱਧਾ ਨੇ ਗੁਰੂ ਸਾਹਿਬ ਦੀ ਖੜਾ ਉਸ ਬਾਲਕ ਦੇ ਸਿਰ ਤੇ ਛੁਆਈ ਤਾਂ ਉਹ ਬਾਲਕ ਉੱਠ ਕੇ ਬਹਿ ਗਿਆ। ਇਹ ਸਾਰਾ ਕੌਤਕ ਦੇਖ ਕੇ ਸਿੱਧਾ ਨੂੰ ਪਤਾ ਚੱਲ ਗਿਆ ਕਿ ਅਸੀਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨਾਲ ਨਹੀਂ ਜਿੱਤ ਸਕਦੇ। ਸਿੱਧਾ ਨੇ ਸੋਚਿਆ, ਹੁਣ ਅਸੀਂ ਇੱਥੇ ਹੋਰ ਨਹੀਂ ਰਹਿ ਸਕਦੇ, ਇੱਥੇ ਸਾਡੀ ਬੜੀ ਬੇਇੱਜ਼ਤੀ ਹੋ ਚੁੱਕੀ ਹੈ, ਇੱਥੋਂ ਜਾਣਾ ਹੀ ਸਾਡੇ ਲਈ ਠੀਕ ਹੈ, ਨਹੀਂ ਤਾਂ ਸਾਡੀ ਮਾਨਤਾ ਕੱਟ ਜਾਏਗੀ ਤੇ ਸਾਨੂੰ ਕੋਈ ਨਹੀਂ ਪੁੱਜੇਗਾ। ਇਸ ਤਰ੍ਹਾਂ ਵਿਚਾਰ ਕਰਕੇ ਗੁਰੂ ਸਾਹਿਬ ਤੋਂ ਆਗਿਆ ਲਈ ਤੇ ਉਹ ਚਲੇ ਗਏ। ਆਪਣੀਆਂ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਬੜੇ ਪਿਆਰ ਨਾਲ ਮੂਲ ਮੰਤਰ ਦਾ ਜਾਪ ਕਰੀਏ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓਂਕਾਰ ਸਤਿਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਏਕ ਓੰਕਾਰ ਸਤਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ